ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੀਜੈ ਪਹਿਰੈ ਰਹਿਨ ਕੈ ਵਣਜਾਰੀ ਅਮਿਤਰਾ, ਬਿਖ ਸੰਚੈ ਅੰਧ ਅਗਿਆਨ। ਪੁੱਤਰ ਕਲਤਰ ਮੋਹਿ ਲਪਟਿਆ ਵਣਜਾਰੇ ਅਮਿਤਰਾ, ਅੰਤਰ ਲਹਿਰ ਲੋਬਾਨ। ਅੰਤਰ ਲਹਿਰ ਲੋਬਾਨ ਪ੍ਰਾਣੀ, ਸੋ ਪ੍ਰਭ ਚਿਤ ਨ ਆਵੈ। ਸਾਧ ਸੰਗਤ ਸਿਉ ਸੰਗ ਨ ਕੀਆ, ਬਹੁ ਜੋਨੀ ਦੁਖ ਪਾਵੈ। ਸਾਧ ਸੰਗਤ ਸਿਉ ਸੰਗ ਨ ਕੀਆ, ਬਹੁ ਜੋਨੀ ਦੁਖ ਪਾਵੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਨੋ, ਇਹ ਪਵਿੱਤਰ ਸ਼ਬਦ ਜੋ ਆਪ ਜੀ ਨੇ ਸਰਵਣ ਕੀਤਾ, ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਬਾਣੀ ਹੈ ਪਹਿਰੇ। ਪਹਿਰਿਆਂ ਦੀ ਤਰ੍ਹਾਂ ਜ਼ਿੰਦਗੀ ਨੂੰ ਚਾਰ ਹਿੱਸਿਆਂ ਵਿੱਚ ਵੰਡ ਕਰਕੇ ਸਤਿਗੁਰੂ ਪਾਤਸ਼ਾਹ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ। ਪਿੱਛੇ ਆਪਾਂ ਸਰਵਣ ਕਰ ਰਹੇ ਸੀ ਕਿ ਜਵਾਨੀ ਦੇ ਵਿੱਚ ਮਨੁੱਖ ਜਿਹੜਾ ਹੈ ਸਭ ਕੁਝ ਭੁੱਲ ਜਾਂਦਾ ਹੈ, ਵਿਸ਼ੇ ਵਿਕਾਰਾਂ ਵਿੱਚ ਖਚਿਤ ਹੋ ਜਾਂਦਾ ਹੈ ਅਤੇ ਵੇਖ ਪਰਾਈਆਂ ਚੰਗੀਆਂ ਭੈਣਾਂ ਮਾਵਾਂ ਧੀਆਂ ਜਾਣੇ ਇਹ ਗੱਲ ਵੀ ਭੁੱਲ ਜਾਂਦਾ ਹੈ। ਮੌਤ ਵੀ ਇਹਦੇ ਯਾਦ ਨਹੀਂ ਹੁੰਦੀ। ਕਹਿ ਰਹੇ ਸੀ ਪਾਤਸ਼ਾਹ ਪਿਛਲੇ ਦਿਨੀ, ਦੂਜੇ ਪਹਿਰੇ ਰਹਿਨ ਕੈ ਵਣਜਾਰੇ ਅਮਿਤਰਾ, ਪਰ ਜਵਾਨੀ ਲਹਿਰੀ ਦੇ, ਬੁਰਾ ਭਲਾ ਨਾ ਪਛਾਣੀ ਵਣਜਾਰੇ ਅਮਿਤਰਾ। ਮਨ ਮੱਤਾ ਆਮੇ, ਹੰਕਾਰ ਦੇ ਵਿੱਚ ਮਸਤ ਹੋਇਆ ਬੰਦਾ ਕਿਸੇ ਨੂੰ ਕੁਛ ਨਹੀਂ ਸਮਝਦਾ, ਆਪਣੀ ਮਨ ਮਰਜ਼ੀ ਕਰਦਾ। ਫਿਰ ਅੱਗੇ ਜਾ ਕੇ ਸ਼ਾਦੀ ਹੋ ਜਾਂਦੀ ਆ, ਧੀਆਂ ਪੁੱਤਰ ਇਸਤਰੀ ਆਦਿ ਇਹਦੇ ਵਿੱਚ ਐਸਾ ਲਪਟ ਜਾਂਦਾ, ਭੁੱਲ ਜਾਂਦਾ ਰੱਬ ਨੂੰ। ਅੰਤਰ ਲਹਿਰ ਲੁਭਾਣ, ਇਹਦੇ ਅੰਦਰ ਜਿਹੜੀਆਂ ਹੈ ਲਾਲਚ ਦੀਆਂ ਲਹਿਰਾਂ ਚੱਲ ਪੈਂਦੀਆਂ। ਪਾਤਸ਼ਾਹ ਜੀ ਕਹਿੰਦੇ, ਹੇ ਜੀਵ ਰੂਪੀ ਵਣਜਾਰੇ, ਤੀਜੈ ਪਹਿਰੈ ਰਹਿਨ ਕੈ ਵਣਜਾਰੇ ਅਮਿਤਰਾ। ਜਦੋਂ ਅਧਖੜ ਉਮਰ ਹੋ ਜਾਂਦੀ ਆ, ਭਾਵ ਦੁਪਹਿਰ ਪੂਰੀ ਹੋਣ ਤੋਂ ਬਾਅਦ ਤੀਜਾ ਪਹਿਰ ਸ਼ੁਰੂ ਹੋ ਜਾਂਦਾ, ਤੇ ਇੱਧਰ ਆਪਣੇ ਮੰਨ ਲਓ 50 ਸਾਲ ਦੀ ਉਮਰ ਅੱਧੀ ਹੋ ਗਈ। 50 ਸਾਲ ਦੀ ਉਮਰ ਜਾਂ 40 ਸਾਲ ਦੀ ਉਮਰ, ਇਸ ਉਮਰ ਵਿੱਚ ਆ ਕੇ ਇਹਦੀ ਆਪਣੀ ਸ਼ਾਦੀ ਹੋ ਜਾਂਦੀ, ਇਸਤਰੀ ਆ ਜਾਂਦੀ, ਧੀਆਂ ਪੁੱਤਰ ਬੱਚੇ ਹੋ ਜਾਂਦੇ। ਸਤਿਗੁਰੂ ਪਾਤਸ਼ਾਹ ਜੀ ਫਿਰ ਦੇਖਦੇ ਹਨ ਕਿ ਮਨੁੱਖ ਕੀ ਕਰ ਰਿਹਾ ਹੁਣ, ਔਰ ਬਖਸ਼ਿਸ਼ ਕਰਦੇ ਹਨ। ਤੀਜੈ ਪਹਿਰੈ ਰਹਿਨ ਕੈ ਵਣਜਾਰੇ ਅਮਿਤਰਾ, ਬਿਖ ਸੰਚੈ ਅੰਧ ਅਗਿਆਨ। ਅਗਿਆਨਤਾ ਕਰਕੇ ਗਿਆਨ ਦੇ ਨੇਤਰਾਂ ਤੋਂ ਹੀਣਾ, ਵਿਸ਼ੇ ਵਿਕਾਰਾਂ ਵਿੱਚ ਅੰਨਾ ਹੋਇਆ ਮਨੁੱਖ ਹੁਣ ਮਾਇਆ ਇਕੱਠੀ ਕਰਨ ਲੱਗਦਾ ਹੈ, ਮਾਇਆ ਸੰਚਦਾ ਹੈ, ਇਕੱਤਰ ਕਰਦਾ ਹੈ। ਪੁੱਤਰ ਕਲੱਤਰ ਮੋਹ ਲਪਟਿਆ, ਪੁੱਤਰਾ ਧੀਆਂ, ਕਲੱਤਰ ਹੁੰਦੀ ਆ ਇਸਤਰੀ,
ਇਹਨਾਂ ਦੇ ਵਿੱਚ ਉਲਝਿਆ ਹੋਇਆ ਬੰਦਾ ਐਸਾ ਲਾਲਚੀ ਹੋ ਜਾਂਦਾ ਹੈ ਕਿ ਇਸ ਨੂੰ ਰੱਬ ਵੀ ਭੁੱਲ ਜਾਂਦਾ ਹੈ। ਪੁੱਤਰ ਕਲੱਤਰ ਮੋਹ ਲਪਟਿਆ ਬਣਜਾਰਿਆ ਮਿੱਤਰਾ, ਅੰਤਰ ਲਹਿਰ ਲੁਭਾਨ ਔਰ ਅੰਦਰ ਲਾਲਚ ਦੀਆਂ ਲਹਿਰਾਂ ਇਉਂ ਚੱਲਦੀਆਂ ਜਿਵੇਂ ਸਮੁੰਦਰ ਵਿੱਚ ਲਹਿਰਾਂ ਚੱਲਦੀਆਂ। ਪਦਾਰਥਾਂ ਦੇ ਲੋਭ ਦੇ ਵਿੱਚ ਫਸਿਆ ਹੋਇਆ। ਅੰਤਰ ਲਹਿਰ ਲੁਭਾਨ ਪ੍ਰਾਣੀ, ਸੋ ਪ੍ਰਭ ਚਿੱਤ ਨ ਆਵੈ। ਔਰ ਇਹਨਾਂ ਲਹਿਰਾਂ ਦੇ ਕਰਕੇ ਮਨੁੱਖ ਨੂੰ ਰੱਬ ਵੀ ਭੁੱਲ ਜਾਂਦਾ ਹੈ, ਪਰਮੇਸ਼ਰ ਵੀ ਭੁੱਲ ਜਾਂਦਾ ਹੈ, ਯਾਦ ਨਹੀਂ ਆਉਂਦਾ। ਸਾਧ ਸੰਗਤ ਸਿਓ ਸੰਗ ਨ ਕੀਆ, ਬਹੁ ਜੋਨੀ ਦੁੱਖ ਪਾਵੈ। ਸੰਗਤ ਵਿੱਚ ਆ ਕੇ ਬੈਠਣਾ ਤਾਂ ਇਸ ਨੂੰ ਚੰਗਾ ਹੀ ਨਹੀਂ ਲੱਗਦਾ, ਸੰਗਤ ਨਾਲ ਮਿਲਦਾ ਨਹੀਂ। ਸਾਧ ਸੰਗਤ ਕਬਹੂ ਨੀ ਕੀਨੀ, ਰਚਿਓ ਧੰਦਾ ਝੂਠ। ਔਰ ਭਟਕਦਾ ਹੋਇਆ ਫਿਰ ਕਿੱਦਾਂ ਭਟਕਦਾ ਹੈ, ਜਿਸ ਤਰ੍ਹਾਂ ਬਾਣੀ ਵਿੱਚ ਅਗਲੀ ਪੰਕਤੀ ਲਿਖਦੇ ਹਨ, ਜਿਉਂ ਸਵਾਇਨ ਬਾਇਸ ਊਠ। ਉੱਠ ਜਿਹੜਾ ਹੈ, ਜੇ ਇਹ ਕਿਸੇ ਦੇ ਕਾਬੂ ਵਿੱਚ ਨਾ ਹੋਵੇ ਤੇ ਜੰਗਲਾਂ ਵਿੱਚ ਭਟਕਦਾ ਹੈ, ਔਰ ਸੂਲਾਂ ਕੰਡੇ ਜਿਨ੍ਹਾਂ ਨੂੰ ਹਰਿਆਲੀ ਸਮਝ ਕੇ ਖਾਂਦਾ ਹੈ, ਕਿੱਕਰਾਂ ਨੂੰ ਜਦੋਂ ਮੁੱਛਦਾ ਹੈ ਤਾਂ ਉਸ ਦੇ ਕੰਡੇ ਇਹਦੇ ਵੱਜਦੇ ਆ, ਦੁੱਖ ਭੋਗਦਾ ਹੈ। ਸਵਾਨ ਕੁੱਤਾ, ਬਾਇਸ ਹੁੰਦਾ ਕਾਂ। ਇਹਨਾਂ ਜਾਨਵਰਾਂ ਦੀ ਨਿਆਈ ਸਵਾਇਨ ਬਾਇਸ ਜਿਉ ਭਟਕਤ ਚਾਲਿਓ ਊਠ। ਤੇ ਦੂਸਰਾ ਇਸ ਅਰਥ ਹੈ, ਜਿਵੇਂ ਕਾਂ ਕਿਸੇ ਸੁੰਨੇ ਘਰ ਵਿੱਚ ਕਾਂ ਕਾਂ ਕਰਕੇ ਉੱਡ ਜਾਂਦਾ, ਚਲਿਆ ਜਾਂਦਾ, ਇਸੇ ਤਰ੍ਹਾਂ ਹੀ ਮਨੁੱਖ ਵੀ ਇਹ ਸੰਸਾਰ ਦੇ ਵਿੱਚ ਕਾਂ ਕਾਂ ਕਰਕੇ ਚਲਿਆ ਜਾਂਦਾ ਹੈ। ਭਾਵ ਆਪਣਾ ਰੌਲਾ ਪਾ ਕੇ ਦੁਨੀਆ 'ਚੋਂ ਤੁਰ ਜਾਂਦਾ ਹੈ, ਉੱਠ ਜਾਂਦਾ ਹੈ, ਭਾਵ ਚਲਿਆ ਜਾਂਦਾ ਹੈ ਆਪਣਾ ਰੌਲਾ ਪਾ ਕੇ, ਔਰ ਖਾਲੀ ਹੱਥ ਚਲਿਆ ਜਾਂਦਾ ਹੈ। ਬਚਪਨ ਅਗਿਆਨਤਾ ਵਿੱਚ ਗਿਆ, ਜਵਾਨੀ ਵਿਸ਼ੇ ਵਿਕਾਰਾਂ ਦੀਆਂ ਲਹਿਰਾਂ ਵਿੱਚ ਡੁੱਬ ਗਈ, ਔਰ ਪੱਕੀ ਉਮਰ ਅਧਖੜ ਉਮਰ ਦੇ ਵਿੱਚ ਫੇਰ ਮਾਇਆ ਇਕੱਠੀ ਕਰਨ 'ਤੇ ਲੱਗ ਪਿਆ। ਪਾਤਸ਼ਾਹ ਜੀ ਕਹਿੰਦੇ ਇਹ ਮਨੁੱਖ ਜਿਹੜਾ ਹੈ, ਦੇਖੋ ਕੈਸਾ ਹੈ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹੋ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੈ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਉਜਲ ਤਰਨ ਕੈ। ਪਾਤਸ਼ਾਹ ਤਾਂ ਇਹ ਸਲਾਹ ਦਿੰਦੇ ਹੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਓ। ਪਰ ਮਨੁੱਖ ਦੀ ਹਾਲਤ ਕੀ ਹੈ? ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਨਾ ਸੇਵਾ ਕੀਤੀ, ਨਾ ਸਾਧ ਭਾਵ ਸਾਧਨਾ ਸਿਮਰਨ ਕੀਤਾ, ਨਾ ਹਰੀ ਨੂੰ ਜਾਣਨਾ ਕੀਤਾ, ਤੇ ਨਾ ਇਹਦੇ ਮੌਤ ਚੇਤੇ ਹੈ। ਫਿਰ ਹੁਣ ਕੀ ਕਰੇ? ਹੁਣ ਪੰਜਵੇਂ ਪਾਤਸ਼ਾਹ ਕਹਿੰਦੇ ਅਰਦਾਸ ਕਰ, ਫਿਰ ਕਹੋ ਨਾਨਕ ਹਮ ਨੀਚ ਕਰਮਾ। ਸੱਚੀ ਸੱਚੀ ਗੱਲ ਦੱਸ ਦੇ ਮਹਾਰਾਜ ਨੂੰ ਕਿ ਮੈਥੋਂ ਕੋਈ ਚੱਜ ਦਾ ਕੰਮ ਨਹੀਂ ਹੋਇਆ, ਮੰਨ ਜਾ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਜੇ ਆਖਰੀ ਸਮੇਂ ਵੀ ਪ੍ਰਭੂ ਦੀ ਸ਼ਰਨ ਵਿੱਚ ਆ ਜਾਵੇ, ਪ੍ਰਭੂ ਨੂੰ ਯਾਦ ਕਰ ਲਵੇ, ਏਕ ਚੀਤ ਜੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨ ਆਇਓ। ਜੇ ਮਰਦਾ ਵੀ ਪਰਮੇਸ਼ਰ ਨੂੰ ਚੇਤੇ ਕਰ ਲਵੇ, ਤਾਂ ਵੀ ਇਹ ਕਾਲ ਦੇ ਚੱਕਰ 'ਚੋਂ ਨਿਕਲ ਸਕਦਾ। ਪਰ ਪੰਜਵੇਂ ਪਾਤਸ਼ਾਹ ਇਹ ਸ਼ਬਦ ਵਿੱਚ ਕਹਿ ਰਹੇ ਹਨ, ਜਿਸ ਦਾ ਕਨਸੈਪਟ ਹੈ ਮਨੁੱਖ ਨੂੰ ਵਣਜਾਰਾ ਕਹਿ ਕੇ ਸਮਝਾਉਣਾ। ਵਣਜਾਰਿਆ ਮਿੱਤਰਾ,
ਵਣਜਾਰਿਆਂ ਦੇ ਦੇਸ਼ ਜਾ ਕੇ ਬਾਬੇ ਨਾਨਕ ਨੇ ਉਪਦੇਸ਼ ਦਿੱਤਾ ਸੀ। ਉਸ ਦਿਨ ਤੋਂ ਵਣਜਾਰੇ ਗੁਰੂ ਘਰ ਨਾਲ ਜੁੜ ਗਏ ਸਨ ਤੇ 9ਵੇਂ ਪਾਤਸ਼ਾਹ ਤੱਕ ਇਹਨਾਂ ਵਣਜਾਰਿਆਂ ਦਾ ਸੰਬੰਧ ਇਤਿਹਾਸ 'ਚੋਂ ਵੇਖਿਆ ਜਾ ਸਕਦਾ ਹੈ। ਪਹਿਲੇ ਪਾਤਸ਼ਾਹ ਆਪ ਗਏ, ਫਿਰ ਚੌਥੇ ਪਾਤਸ਼ਾਹ ਕੋਲੇ ਵਣਜਾਰਿਆਂ ਦੇ ਪੋਤਰੇ ਚੱਲ ਕੇ ਆਏ, ਪੰਜਵੇਂ ਪਾਤਸ਼ਾਹ ਕੋਲ ਵੀ ਉਹਨਾਂ ਦੀ ਵੰਸ਼ ਦੇ ਵਜੀਬ ਚੱਲ ਕੇ ਆਏ, ਔਰ 9ਵੇਂ ਪਾਤਸ਼ਾਹ ਵੇਲੇ ਮੱਖਣ ਸ਼ਾਹ ਲਵਾਣਾ ਆਇਆ। ਦਿੱਲੀ ਦੇ ਵਿੱਚ ਸ਼ਹੀਦੀ ਵੇਲੇ ਲੱਖੀ ਸ਼ਾਹ ਵਣਜਾਰਾ ਮਿਲਿਆ। ਇਹ ਸਾਰੇ ਵਣਜਾਰੇ ਟਾਂਡੇ ਦੇ ਹਨ। ਟਾਂਡਾ ਨਗਰ ਹੈ ਇੱਕ ਉੱਥੋਂ ਦੇ, ਜਿੱਥੇ ਬਾਬੇ ਨਾਨਕ ਜੀ ਨੇ ਚਰਨ ਪਾਏ ਸੀ ਤੇ ਇਹਨਾਂ ਨੂੰ ਉਪਦੇਸ਼ ਦਿੱਤਾ ਸੀ। ਕਹੋ ਸਤਿਨਾਮ ਸ੍ਰੀ ਵਾਹਿਗੁਰੂ। ਧੰਨ ਧੰਨ ਸ਼੍ਰੀ ਗੁਰੂ ਨਾਨਕ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਭਲਿਆ ਸਾਧ ਸੰਗਤ ਸਿਓ ਸੰਗ ਨ ਕੀਆ। ਜੇ ਤੂੰ ਹੁਣ ਮਨੁੱਖਾ ਜਨਮ ਦੇ ਵਿੱਚ ਸਤਸੰਗ ਨਹੀਂ ਕਰਦਾ ਤਾਂ ਬਹੁਤ ਜੋਨੀ ਦੁੱਖ ਪਾਵੇ। ਸ਼ਾਇਦ ਇਹਨਾਂ ਵਿੱਚੋਂ ਆਪਾਂ ਪਹਿਲਾਂ ਵੀ ਲੰਘ ਕੇ ਆਏ ਹੋਈਏ ਤੇ ਅੱਗੇ ਵੀ ਲੰਘਣਾ ਪੈ ਜੇ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਬਰੀਆ, ਚਰੰਕਾਲੇ ਦੇ ਸੰਜਰੀਆ। ਬੜੇ ਲੰਬੇ ਸਮੇਂ ਤੋਂ ਮਨੁੱਖ ਇਹਨਾਂ ਟੇਢੀਆਂ ਜੂਨਾਂ ਚੋਂ ਨਿਕਲ ਕੇ ਮਨੁੱਖ ਬਣਿਆ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਸਿੱਖਾ ਸੰਭਲ, ਤੂੰ ਕੁਝ ਵਣਜ ਕਰਨ ਆਇਆ, ਕੁਝ ਵਪਾਰ ਕਰਨ ਆਇਆ। ਐਸਾ ਨਾ ਹੋਵੇ ਕਿਤੇ ਘਾਟਾ ਖਾ ਕੇ ਜਾਵੇਂ। ਵਣਜ ਕਰੋ ਵਣਜਾਰਿਓ, ਵਖਰ ਲਿਓ ਸੰਭਾਲ। ਤੈਸੀ ਵਸਤ ਵਿਸਾਹੀ ਹੈ, ਜੈਸੀ ਨਿਭ ਹੈ ਨਾਲ। ਅੱਗੇ ਸ਼ਾਹੋ ਸੁਜਾਨ ਹੈ, ਲੈਸੀ ਵਸਤ ਸੰਭਾਲ। ਅੱਗੇ ਸ਼ਾਹੋ ਸੁਜਾਨ, ਪਰਮੇਸ਼ਰ ਬੜਾ ਸਿਆਣਾ ਹੈ। ਉਹ ਤੇਰੇ ਕੋਲੋਂ ਜੋ ਲੈ ਕੇ ਜਾਏਗਾ ਵੇਖੇਗਾ ਤੇ ਹਿਸਾਬ ਕਿਤਾਬ ਵੀ ਮੰਗੇਗਾ ਕਿ ਜਿਹੜੀ ਮੈਂ ਅਮੁੱਲ ਸਵਾਸਾਂ ਦੀ ਪੂੰਜੀ ਦਿੱਤੀ ਉਹ ਕਿੱਥੇ ਲਾਈ, ਉਹਦੇ ਵੱਟੇ ਕਿਆ ਤੈਂ ਖੱਟਿਆ। ਕਹਾਂ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ। ਜੇ ਤੂੰ ਨਾ ਜਪਿਆ ਤੇ ਫਿਰ ਟੇਢੀਆਂ ਜੂਨਾਂ ਤਿਆਰ ਹੈ, ਜਿਨ੍ਹਾਂ ਦੀ ਹੁਣ ਗੱਲ ਕੀਤੀ ਆਪਾਂ। ਸਿਰਜਨਹਾਰ ਵਿਸਾਰਿਆ ਸੁਆਮੀ, ਸਿਰਜਨਹਾਰ ਜਿਸ ਨੇ ਤੇਰੀ ਰਚਨਾ ਕੀਤੀ, ਜਿਸ ਨੇ ਤੈਨੂੰ ਮਾਤਾ ਦੇ ਪੇਟ ਵਿੱਚ ਸੁੰਦਰ ਸਰੀਰ ਤਿਆਰ ਕਰਕੇ ਦਿੱਤਾ। ਪਾਣੀ ਮੈਲਾ माटी गोरी, इस माटी की पुत्री जोरी। माँ की रक्त पिता बिन धारा, मूर्त सूरत कर आपारा। असुंदर स्वरूप बना दिता, पर तू एक निमक अखां दे खोलण तो लैके अखां दे बंद होण तक, भाव तड़के जागण तो लैके शाम दे सौण तक ते मनुखा जिंदगी दुनिया विच लैके आउण तो मरण तक। निमक का मतलब है अखां दा झपकना बंद हो जाना। अखां दे खोलण तो लैके बंद करन तक कितना समा लगता है? सेकेंड 2 सेकेंड। अखां झमकदियां अपनियां ना, उस समा इनू निमक कहने हैं। समय की वंड की है, निमक पल, घड़ी, फिर पहर, पहरों तो बाद दिन ते रात, दिन तो रात फिर हफ्ता, 4 हफ्तियां तो बाद महीना बना लिया, तो महीने तो बाद 12 महीनों का साल बन गया। इस तरह
ਇਹ ਜ਼ਿੰਦਗੀ ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਵ ਘਟੈ ਤਨ ਛੀਜੈ ਕਾਲ ਅਹੇਰੀ ਫਿਰੈ ਬਦਕ ਜਿਉ ਕਹੋ ਕਵਨ ਬਿਦ ਕੀਜੈ ਪ੍ਰਾਣੀ ਸੋ ਦਿਨ ਆਵਨ ਲਾਗਾ। ਉਹ ਸਮਾਂ ਨੇੜੇ ਆ ਰਿਹਾ ਹੈ ਪਰ ਤੂੰ ਇੱਕ ਮਿੰਟ ਵੀ ਹਜੇ ਪਰਮੇਸ਼ਰ ਵੱਲ ਜੁੜਿਆ ਨਹੀਂ। ਕਹੋ ਨਾਨਕ ਪ੍ਰਾਣੀ ਤੀਜੈ ਪਹਿਰੈ ਬਿਖ ਸੰਚੈ ਅੰਧ ਅਗਿਆਨ। ਤਾਂ ਇਹ ਅਗਿਆਨਤਾ ਵਿੱਚ ਅੰਨਾ ਮਨੁੱਖ ਗਿਆਨ ਦੀਆਂ ਅੱਖਾਂ ਤੋਂ ਖਾਲੀ ਜ਼ਹਿਰ ਹੀ ਇਕੱਠਾ ਕਰੀ ਜਾਂਦਾ ਅੰਨਾ ਹੋ ਕੇ। ਜਿਵੇਂ ਪਾਤਸ਼ਾਹ ਦਾ ਬਚਨ ਹੈ ਇੱਕ ਭਾਖਿਆ ਕਪੱਖ ਸਭ ਖਾਏ। ਭੱਖ ਖਾਣ ਵਾਲਾ ਅਪੱਖ ਨਾ ਖਾਣ ਵਾਲਾ ਉਹ ਵੀ ਨਹੀਂ ਛੱਡਦਾ। ਭਾਖੇ ਅਪੱਖ ਸਭ ਖਾਏ। ਇਸ ਤਰ੍ਹਾਂ ਮਨੁੱਖ ਜ਼ਹਿਰ ਵੀ ਖਾ ਰਿਹਾ ਹੈ। ਇੱਕ ਵਾਰੀ ਸਿੱਖਾਂ ਨੂੰ ਪੁੱਛਿਆ ਪਾਤਸ਼ਾਹ ਜੀ ਨੇ ਕਿ ਜਿਹੜਾ ਦਸਵਾਂ ਦਸੌਂਦ ਚੜਾਵਾ ਗੁਰੂ ਘਰ ਆਉਂਦਾ ਇਹਨੂੰ ਤੁਸੀਂ ਕੀ ਸਮਝਦੇ ਹੋ? ਕੁਝ ਸਿੱਖਾਂ ਨੇ ਜਵਾਬ ਦਿੱਤਾ, ਮਹਾਰਾਜ ਇਹ ਸਾਡੇ ਲਈ ਜ਼ਹਿਰ ਹੈ, ਘਰੇ ਵਰਤਣਾ। ਇਹ ਜ਼ਹਿਰ ਦਾ ਕੰਮ ਕਰਦਾ। ਪਾਤਸ਼ਾਹ ਕਹਿੰਦੇ ਹਾਂ ਵਾਕਿਆ ਹੀ। ਇੱਕ ਆਮ ਕਹਾਵਤ ਵੀ ਬਣੀ ਹੈ, ਲੰਗਰ ਦੀਆਂ ਰੋਟੀਆਂ ਤਿੰਨੇ ਕੰਮ ਕਰੇਣ ਮੱਤ ਮਾਰਨ ਹੱਡ ਭੰਨਣ ਕੰਮ ਕਰਨ ਨਾ ਦੇਣ। ਭਾਵ ਜੇ ਸੇਵਾ ਸਿਮਰਨ ਤੋਂ ਬਗੈਰ ਮਨੁੱਖ ਫਰੀ ਦਾ ਖਾਂਦਾ ਹੈ, ਜੇ ਇਹ ਸੋਚ ਕੇ ਖਾਂਦਾ ਹੈ ਕਿ ਮੈਂ ਲੰਗਰ 'ਚੋਂ ਛਕ ਲਿਆ ਕਰਾਂਗਾ, ਵਧੀਆ ਖਰਚਾ ਨਹੀਂ ਹੁੰਦਾ, ਤਾਂ ਇਹਦਾ ਅੱਗੇ ਜਾ ਕੇ ਸਰੀਰ ਨੂੰ ਨੁਕਸਾਨ ਹੁੰਦਾ ਹੈ। ਸੇਵਾ ਸਿਮਰਨ ਕਰਕੇ ਤਾਂ ਸਾਰੇ ਖਾ ਸਕਦੇ ਆ, ਹਜਮ ਹੋ ਜਾਣਗੀਆਂ, ਪਰ ਸੇਵਾ ਸਿਮਰਨ ਤੋਂ ਬਗੈਰ ਇਹ ਚੀਜ਼ ਹਜਮ ਨਹੀਂ ਹੁੰਦੀ। ਖੈਰ ਪ੍ਰੀਤਮ ਜੀ ਕਹਿੰਦੇ ਭਲਿਆ ਤੀਜੇ ਪਹਿਰ ਦੇ ਵਿੱਚ ਵੀ ਤੂੰ ਰੱਬ ਨੂੰ ਯਾਦ ਨਹੀਂ ਕਰਦਾ। ਅੱਧੀ ਉਮਰ ਲੰਘ ਚੁੱਕੀ ਹੈ ਤੇ ਬਾਕੀ ਅੱਧੀ ਉਮਰ ਦਾ ਜਿਹੜਾ ਤੀਜਾ ਪਹਿਰ 50 ਸਾਲਾਂ ਤੋਂ ਅੱਗੇ ਉਮਰ ਸ਼ੁਰੂ ਹੋ ਗਈ ਹੈ, ਹਜੇ ਵੀ ਤੂੰ ਕੁਛ ਸੋਚਿਆ ਨਹੀਂ। ਤੀਜੇ ਪਹਿਰੇ ਰਹਿਣ ਕੇ ਕਹੋ ਨਾਨਕ ਪ੍ਰਾਣੀ ਤੀਜੇ ਪਹਿਰੇ ਬਿਖ ਸੰਚੈ ਅੰਧ ਅਗਿਆਨ। ਇਉਂ ਅਗਿਆਨਤਾ ਦੇ ਵਿੱਚ ਡੁੱਬਿਆ ਬੰਦਾ ਜ਼ਹਿਰ ਹੀ ਇਕੱਠਾ ਕਰਦਾ ਫਿਰਦਾ। ਤੇ ਫਿਰ ਜਦ ਤੀਜਾ ਪਹਿਰ ਵੀ ਟੱਪ ਗਿਆ, 25 ਸਾਲ ਹੋਰ ਟੱਪ ਗਏ, ਤੇ ਫਿਰ ਕੀ ਆ ਜੂਗਾ? ਬੁਢਾਪਾ। ਸੱਠੀ ਕਹਿ ਬੁਢਾਪਾ ਆਵੇ। 60 ਸਾਲ ਤੋਂ ਬਾਅਦ ਬੁਢਾਪਾ ਸ਼ੁਰੂ ਹੋ ਜਾਂਦਾ ਹੈ। ਫਿਰ 70 ਕਾ ਮਤਹੀਣ। ਫਿਰ 10 ਸਾਲਾਂ ਵਿੱਚ ਦਿਮਾਗ ਜਿਹੜਾ ਹੈ ਉਹ ਕੰਮ ਛੱਡ ਜਾਂਦਾ ਹੈ, ਮੱਤ ਮਾਰੀ ਜਾਂਦੀ ਹੈ, ਕੰਨ ਸੁਣਾਉਂਦੇ ਨਹੀਂ, ਅੱਖਾਂ ਨਾਲ ਦਿਸਦਾ ਨਹੀਂ, ਗਲੇ ਨਾਲ ਬੋਲਿਆ ਨਹੀਂ ਜਾਂਦਾ, ਕਫ ਕੰਠ ਬਰੂਦੋ ਨੈਣੋ ਨੀਰ ਢਰੇ। ਬੁਢਾਪਾ ਆ ਗਿਆ। 3 ਪੈਰ ਪੂਰੇ ਹੋ ਗਏ, ਬੰਦਾ 70-75 ਸਾਲ ਦਾ ਹੋ ਗਿਆ। ਇੱਥੋਂ ਚੌਥਾ ਪੈਰ ਆਰੰਭ ਹੋ ਗਿਆ ਮਨੁੱਖ ਦਾ, ਕਿਉਂਕਿ ਸਿਆਣਿਆਂ ਨੇ ਕਲਯੁਗ ਦੇ ਵਿੱਚ ਜ਼ਿੰਦਗੀ ਦਾ ਸਮਾਂ 100 ਸਾਲ ਹੀ ਮੰਨਿਆ। ਕੋਈ ਸਤਨਾਮ ਸ੍ਰੀ ਵਾਹਿਗੁਰੂ। ਪਿਛਲੇ ਯੁੱਗਾਂ 'ਚ ਭਾਵੇਂ ਉਮਰ ਬਹੁਤ ਲੰਬੀ ਹੁੰਦੀ ਸੀ ਬੰਦੇ ਕੋਲ, ਪਰ ਸਤਿਗੁਰ ਪਾਤਸ਼ਾਹ ਕਹਿੰਦੇ ਕਲਯੁਗ ਸਹੀ ਆ। ਕਲਯੁਗ ਉਤਮ ਜੋਗਾ ਮਾਹੇ, ਇਹ ਕਰ ਕਰੇ ਸੋ ਇਹ ਕਰ ਪਾਹੇ। ਕਲਯੁਗ ਦੇ ਵਿੱਚ ਜਲਦੀ ਹੀ ਹਿਸਾਬ ਕਿਤਾਬ ਹੁੰਦਾ ਹੈ। ਕੀਤੇ ਕਰਮਾਂ ਦਾ ਫਲ ਵੀ ਕਈ ਵਾਰੀ ਇੱਥੇ ਹੀ ਮਿਲ ਜਾਂਦਾ ਹੈ। ਕੋਈ ਸਤਨਾਮ ਸੀ। ਦੇਖਦੇ ਆ ਕਈ ਵਾਰੀ ਕਈ ਲੋਕਾਂ ਨੂੰ ਠੱਗੀ ਦਾ ਆਵੇ, ਠੱਗੀ ਉੱਠ ਜਾਏ, ਠੱਗੀ ਦਾ ਮਾਲ ਠੱਗੀ ਵਿੱਚ ਹੀ ਚਲਿਆ ਜਾਂਦਾ। ਕੋਈ ਸਤਨਾਮ ਸੀ। ਠੱਗੀ ਆਵੇ, ਠੱਗੀ ਉੱਠ ਜਾਏ। ਇਸ ਤਰ੍ਹਾਂ ਠੱਗੀ ਦਾ ਮਾਲ ਠੱਗੀ ਵਿੱਚ ਹੀ ਚਲਿਆ ਜਾਂਦਾ। ਭਾਵ ਕਲਯੁਗ ਦੇ ਵਿੱਚ ਮਨੁੱਖ ਨੂੰ ਫੈਸਲਾ ਛੇਤੀ ਮਿਲ ਜਾਂਦਾ। ਨੰਬਰ 2,
कलयुग की उम्र थोड़ी है मनुख की, तो इनू थोड़ा सिमरन करके भी कई बारी मुक्ति मिल जाती है। ये भी गल है। कलयुग दे विच उधार भी छेती होंदा है। और कलयुग दे विच पातशाह ने एक होर किरपा की कि हठ जोग बंद कर दिते। धूणियां तापणियां जल धारे करने, गृहस्थी जीवन घर बार छड्ड के जंगलों में जाके रहना, गुरु साहब ने इनू बंद कराता। कहने गलत है। ये गृहस्थी जीवन विच रह के काम करो, दसां नौहां दे किरत करो, किरत करनी, नाम जपना, वंड छकना, ये 3 कंसैप्ट दिते। और घर रह के तुसी रब नूं पा सकदे हो। एवें भटकण दी लोड़ नहीं जोगियां दी तरह। हसंदे आ, खिलंदे आ, पहनंदे आ, खावंदे आ, विचे होवे मुक्त, नानक सतगुर भेटिया ऐसी होवे जुगत। गुरु नूं मिलो, ऐसी जुगत सानूं बख्शे हो कि तुहाडा गृहस्थी जीवन च रहिंदे ही उधार हो जाऊगा। तुहानूं बाहर जाके जल धारे करन दी लोड़ नहीं, तीर्थां ते भटकण दी लोड़ नहीं। सतगुर ने घर विच ही गंगा लिया दिती है। जिवें भगत रविदास जी बारे कहंदे आ, जो मन चंगा तां कठौती विच गंगा। और रविदास जी ने साधुआं नूं जिस गंगा ते वो इशनान करन गए सी अपनी कुटिया दे विच, जिथे वो जोड़ियां दा काम करदे आ गंढण दा, उत्थे एक पानी दा कूंडा रखदे आ जोड़ा भिउण वास्ते, नरम करन वास्ते। कहंदे उहदे विचों ही एक वारी साधुआं नूं गंगा वगदी विखा दित्ती। तीजे पातशाह जी की गल करिए, उन्हां दी भी कसाखी है कि उन्होंने वो गंगा बौली साहब दे विच ही ले आंदी। कोई सतनाम सी जिहड़ी बौली तैयार कीती आ गोइंदवाल साहब, उस बौली साहब दे विच गंगा विखा दित्ती। ऐसी भी कसाखी है। तो कहण तो भाव है कि मनुख किरत करे, नाम जपे, वंड छके। बहुत चंगा काम दसिया सतगुरां ने, सहज जोग दसिया। हुण 3 पहर तां टप गए, बंदा 70-75 साल का हो गया। अगे चौथा पहर बाकी 25 साल रह गए। इसे 100 साल की मनीए, वैसे पक्का नहीं पता किहदी 100 की है तो किहदी 50 की है। ये बाबा जी ने 4 पहरां नूं लैके 4 हिस्से जिंदगी दे कीते न। चौथे पहर रैन कै वणजारे मित्रा। चौथा पहर शुरू हो गया। दिन नेड़े आया सोए। किहड़ा दिन? मौत का। भी पक्का ही पता है ना, बुढ़ापे दे विच तां काम होया ही लै तेरा। आ चेत लंघ रहा है। जे चेत विच ना चेतिया, ना सिमरिया, गां विसाख दे विच पक जाएगा, फिर मौत है। आ कणक की गल कर लईए। पिछले 5 महीनों तो जिमींदार उहदी पालना कर रहा, संभाल कर रहा है, ते गां विसाखी आउणी है। और इस विसाखी के महीने में जिहड़ी है लगभग सब की कणक सुनहरी हो जानी है, पक जानी है, पीली हो जानी है। ते अगला काम की है कि 6 महीने कणक नूं होर उड़ीकांगे? नहीं, हुण तां वड्ढण दा टाइम आ गया। कोई सतनाम सी, पक गई आ। इस तरह जिंदगी जिहड़ी है बुढ़ापे तो बाद दोबारे जवानी नहीं आउणी, मौत है। चौथे पहरे रैन कै वणजारे मित्रा। दिन नेड़े आया सोए। फिर तैनू हजे भी मौत का तैनू फिक्र नहीं है भी मौत नेड़े आ रही है। कबीर साहब जी कहने रब नाल जुड़ के तुरे चलो, दसां नौहां दी किरत करो, चंगे काम करो, सूधे सूधे रेंग चलो। रेंगना हुंदा तुरना चलना। नतर को धक्का दवाई है रे, काल सानू पिछों धक्का दे रहा मौत वाल, चल तेरी उत्थे कलरी है, तेरी उत्थे कलरी है। सानू मौत वाल धक्का दे के समा लिजा रहा है।
सोधे सोधे रेंग चलो तुम नत्र को धक्का देवई है रे, बारे बूढ़े तरने पहिया सब हू जम लै जई है रे। सब नूं लैके जाना उन्हें, ना बच्चे नूं छड्डना ना बुढ़े नूं, ना राजे नूं छड्डना ना प्रजा नूं छड्डना है। बारे बूढ़े तरने पहिया सब हू जम लै जई है रे। बारक बपरा मानस बपरा मूसा कीनो, सानू चूहे समझ लो। मीच बलैया खई है रे, ते आपां सारे चूहे ते मौत बिल्ला। ते मौत रूपी बिल्ला सानू ऐ झपट जूगा जिवें चूहे नूं बिल्ली फड़ लैंदी आ। कोई सतनाम सी। बारे बूढ़े तरने भैया सब हू जम लै जई है रे। मानस बपरा मूसा कीनो, मीच बलैया खई है रे। राजा प्रजा समकर मारै, ऐसो कौन बिडानी रे। है कोई इहो जिहा जिहड़ा बच जे राजिया चो जां प्रजा चो। ऐसो काल बिडानी रे, ऐसा भयानक है काल समा, ये सब ते ही आउणा। इस करके संभलो। चौथे पहरे रहन कै वणजारे मित्रा, दिन नेड़े आया सोए। तेरा मौत का समा नेड़े आ रहा है, संभल। गुरमुख नाम संभाल तो, गुरु वाला बन, नाम सिमर, संभाल। जिवें अपना मोबाइल संभालते हो, किते बैठे बैठे उठन लगे जेब च हथ मार दो, डिग तो नहीं पिया। को सतनाम सी। राह विच कई बारी हथ मारते हैं जेब नूं, डिग तो नहीं पिया। पर कदे मत नूं हथ मारिया भी वाहिगुरू कह रहा है, किते भुल तो नहीं गया। को सतनाम सी। ऐ संभालना जिवें कोई कीमती वस्तु संभालते हैं। जिवें कोई सोने का गहना जेब च होवे ते रस्ते विच कई बारी हथ मार के देखदे हैगा। इसे तरह ही जिंदगी दे विच नाम नूं संभालना भी जप रहा, किते भुल तां नहीं गया। गुरमुख नाम संभाल तू वणजारे मित्रा। काहदे वास्ते संभालना? माया दे बारे पता है भी इहदा संभाल लेना, संभाल के रखदा है, पर नाम दे बारे नहीं पता भी इहनूं मैं संभाला, ये दरगाह च काम आऊगा। जिस तरह भाई मरदाना ते गुरु नानक पातशाह जा रहे न, रस्ते दे विच मरदाना कहन लग्या जी बड़ी भुख लगी है। अच्छा चल तैनूं गाहां नगर आउंदा उत्थे छकावांगे। मरदाना कहना पल्ले दा कुछ है नहीं गा, नगर वाले किहड़ा फ्री दे देणगे। नानक पातशाह जी ने कहने धरती विच एक ठोडा मारिया, पैर मारिया, थल्ले एक लाल कढ़िया, कहंदे आ बन ला पल्ले। मरदाने ने चक्किया वो लाल, साफ किया, पल्ले बन लिया। कहंदे जा बेचिया। कहंदे जी किन्ने क वट्टे जाणगे इहदे? कहने बहुत कीमती है, तो इनू परखण वाले दसो किन्ने दा है, मैनू नहीं पता। बेचन गया दुकान ते, परचून वाली ते गया, कहने भाई मेरे काम का तो है नहीं है, कहे तो 3 पैसे दे दिन्ने आ, चल आप तकड़ी के बोदे ते बन लांगे। कहो सतनाम श्री। सोहना है, काम का तो है नहीं, क्योंकि उन्होंने पछाण नहीं सी। कहना सोहना तो है पर ये मेरे किसी काम का नहीं, ये मेरे किसी काम का नहीं है, तैनू मैं ये 3 पैसे दे देना। तो मरदाना कहना ना भरावा, ये तो बहुत महंगा मेरे मालिक ने कहा। दूजी दुकान ते गया मठियाई वाली ते, वो कहना यार पसेरी मठियाई लै जा, वैसे साढ़े किसी काम का तो है नहीं गा। कहना यार तू मुल पाना चज नाल, कहना ना।
ਮਰਦਾਨਾ ਕਈ ਦੁਕਾਨਾਂ 'ਤੇ ਗਿਆ, ਸਭ ਨੇ ਇੱਦਾਂ ਹੀ ਥੋੜ੍ਹਾ ਥੋੜ੍ਹਾ ਮੁੱਲ ਪਾਇਆ। ਅਤੇ ਭਾਈ ਸਾਹਿਬ ਭਾਈ ਮਰਦਾਨਾ ਜੀ ਵਾਪਸ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਆ ਗਏ। ਕਹਿਣ ਲੱਗੇ, ਮਹਾਰਾਜ ਜਿਹੜੇ ਦੁਕਾਨਦਾਰ ਹੈ ਇੰਨਾ ਕੁ ਮੁੱਲ ਪਾਉਂਦੇ ਆ। ਕਹਿੰਦੇ, ਨਹੀਂ ਮਰਦਾਨਿਆ, ਕਿਸੇ ਜੌਹਰੀ ਨੂੰ ਵਿਖਾ, ਇਹ ਬਹੁਤ ਕੀਮਤੀ ਆ। ਕਹਿੰਦੇ, ਕਿਹੜੇ ਜੌਹਰੀ ਕੋਲ ਜਾਵਾਂ, ਤੁਸੀਂ ਦੱਸੋ। ਕਹਿੰਦੇ, ਸਾਲਸਰਾ ਜੌਹਰੀ ਆ, ਉਹਦੇ ਕੋਲ ਜਾ। ਸਾਲਸਰਾ ਜੌਹਰੀ ਦੇ ਕੋਲ ਜਦ ਗਿਆ ਮਰਦਾਨਾ, ਜੌਹਰੀ ਦੇਖ ਕੇ ਉਸ ਲਾਲ ਨੂੰ ਮੱਥੇ ਟੇਕਦਾ। ਕਹਿੰਦਾ, ਐਡਾ ਕੀਮਤੀ ਕਿੱਥੋਂ ਲਿਆਂਦਾ? ਕਹਿੰਦਾ, ਮੇਰੇ ਮਾਲਕ ਨੇ ਫੜਾਇਆ। ਅੱਛਾ, ਤਾਂ ਬੜਾ ਕੀਮਤੀ ਆ। ਔਰ ਜਦ ਸਮਾਰ ਕੇ ਦੇਖਿਆ, ਉੱਤੇ ਲਿਖਿਆ ਹੈ ਵੀ ਇਹਦਾ 125 ਰੁਪਈਆ ਦਰਸ਼ਨੀ ਭੇਟਾ ਦਿਓ, ਪਹਿਲਾਂ ਦੇਖਣ ਦੇ, ਮੁੱਲ ਫੇਰ ਕਰਿਓ। ਉਹਨੇ ਥੈਲੀ 125 ਰੁਪਈਏ ਦੀ ਇੱਕ ਚਾਂਦੀ ਦੇ ਰੁਪਈਆਂ ਦੀ ਫੜਾਤੀ। ਕਹਿੰਦੇ, ਆਹ ਲਓ। ਮਰਦਾਨਾ ਕਹਿੰਦਾ, ਇੰਨੇ ਦਾ? ਕਹਿੰਦਾ, ਇਹ ਤਾਂ ਦੇਖਣ ਦੇ ਪੁੱਲ ਹੀ ਆ, ਮੁੱਲ ਤਾਂ ਹਜੇ ਤੁਸੀਂ ਦੱਸੋ ਵੀ ਕਿੰਨਾ ਲੈਣਾ। ਇਹ ਤਾਂ ਮੈਂ ਦਰਸ਼ਨੀ ਭੇਟਾ ਹੀ ਦਿੱਤੀ ਆ ਵੇਖਣ ਦੀ। ਮਰਦਾਨਾ ਬਾਗੋ ਬਾਗ ਵੀ 125 ਰੁਪਈਆ ਕਿੱਥੇ 3 ਪੈਸੇ, ਕਮਾਲ ਹੋ ਗਈ। ਕਹਿੰਦਾ, ਲਓ ਜੀ। ਕਹਿੰਦਾ, ਕਿੰਨੇ ਦਾ ਵਿਕਿਆ ਬਾਬਾ ਜੀ? ਕਹਿੰਦੇ ਜੀ ਉਹ ਕਹਿੰਦਾ ਦੇਖਣ ਦੇ ਪੈਸੇ ਲੈ ਜਾ, 125 ਰੁਪਈਆ। ਬਾਕੀ ਹੁਣ ਤੁਸੀਂ ਦੱਸੋ ਕਿੰਨੇ ਲੈਣੇ ਆ? ਬਾਬਾ ਜੀ ਕਹਿੰਦੇ, ਮੈਨੂੰ ਨਹੀਂ ਪਤਾ। ਉਹ ਜੌਹਰੀ ਨੂੰ ਪੁੱਛ ਕੇ ਆ ਕਿੰਨੇ ਦੇਊਗਾ। ਜੌਹਰੀ ਨੂੰ ਪੁੱਛਿਆ, ਕਹਿੰਦਾ, ਵੇਖ ਮੈਂ ਧਰਮੀ ਬੰਦਾ, ਤੁਸੀਂ ਜਿੰਨੇ ਕਹੋ ਮੈਂ ਓਨੇ ਦੇ ਦੂੰਗਾ, ਮੈਂ ਇਹਦਾ ਮੁੱਲ ਨਹੀਂ ਪਾ ਸਕਦਾ। ਮਰਦਾਨਾ ਵਾਪਸ ਆਇਆ, ਕਹਿੰਦਾ ਜੀ ਉਹ ਕਹਿੰਦਾ ਮੈਨੂੰ ਇਹਦਾ ਮੁੱਲ ਨਹੀਂ ਪਤਾ। ਬਾਬਾ ਜੀ ਕਹਿੰਦੇ, ਕਿਉਂ ਨਹੀਂ ਪਤਾ? ਭਲਾ ਤੈਨੂੰ ਪਤਾ? ਕਹਿੰਦੇ, ਜੀ ਨਹੀਂ ਪਤਾ। ਕਹਿੰਦੇ, ਇਹ ਰੱਬ ਦਾ ਨਾਮ ਹੈ ਓਏ ਮਰਦਾਨਿਆ, ਪਰਮੇਸ਼ਰ ਦੇ ਨਾਮ ਦਾ ਕੋਈ ਮੁੱਲ ਨਹੀਂ ਹੁੰਦਾ ਗਾ। ਕੋਈ ਸਤਨਾਮ ਸ੍ਰੀ ਜੌਹਰੀ ਕਿੱਥੋਂ ਪਾਵੇ? ਅਸੀਂ ਜੋ ਵੀ ਦਿੰਦੇ ਹਾਂ ਗੁਰੂ ਘਰ ਦੇ ਵਿੱਚ ਜਾਂ ਧਾਰਮਿਕ ਸਥਾਨ 'ਤੇ, ਇਹ ਦਰਸ਼ਨੀ ਭੇਟਾ ਹੀ ਆ। ਭਾਵੇਂ ਕੋਈ ਗੋਲਕ 'ਚ ਲਿਆ ਕੇ ਰੁਪਈਆ ਪਾਵੇ ਅਤੇ ਭਾਵੇਂ ਕੋਈ ਲੱਖ ਪਾਵੇ, ਭਾਵੇਂ ਕਰੋੜ ਪਾਵੇ, ਬਾਣੀ ਦਾ ਮੁੱਲ ਕੋਈ ਨਹੀਂ ਹੈਗਾ। ਕੋਈ ਸਤਨਾਮ ਸ੍ਰੀ, ਕੋਈ ਕਰੋੜ ਰੁਪਈਆ ਦੇਣ ਵਾਲਾ ਗੁਰੂ ਨੂੰ ਮੁੱਲ ਨਹੀਂ ਖਰੀਦ ਸਕਦਾ ਗਾ ਵੀ ਹੁਣ ਮੇਰੀ ਮਰਜ਼ੀ ਨਾਲ ਚੱਲੂਗਾ। ਇਹ ਰੱਬ ਦਾ ਨਾਮ ਹੈ ਮਰਦਾਨਿਆ, ਇਹ ਨਾਲ ਲਿਜਾਣ ਵਾਸਤੇ ਹੈ, ਦਰਗਾਹ 'ਚ ਕੰਮ ਆਊਗਾ। ਮਰਦਾਨਾ ਕਹਿੰਦਾ, ਫਿਰ ਮੈਂ ਕਿਉਂ ਵੇਚਾਂ? ਫਿਰ ਨਹੀਂ ਵੇਚਣਾ ਤੇ ਦਰਸ਼ਨੀ ਭੇਟਾ ਮੋੜ ਕੇ ਆ। ਕਹਿੰਦੇ, ਮਰਦਾਨੇ ਨੇ ਚੱਕੀ ਉਹ ਥੈਲੀ ਰੁਪਈਆਂ ਵਾਲੀ, ਜਾ ਕੇ ਜੌਹਰੀ ਨੂੰ ਕਹਿੰਦਾ, ਸਾਡਾ ਮਾਲ ਦਿਓ, ਅਸੀਂ ਵੇਚਣਾ ਨਹੀਂ ਗਾ, ਆਹ ਚੱਕੋ ਆਪਦੇ ਪੈਸੇ। ਜੌਹਰੀ ਕਹਿੰਦਾ ਵੀ ਨਾ ਵੇਚੋ, ਕੋਈ ਗੱਲ ਨਹੀਂ, ਲੈ ਜਾਓ, ਇਹ ਪੈਸੇ ਵੀ ਲੈ ਜਾ। ਮਰਦਾਨਾ ਲਾਲ ਵੀ ਚੱਕ ਲਿਆਇਆ, ਪੈਸੇ ਵੀ ਚੱਕ ਲਿਆਇਆ। ਬਾਬਾ ਜੀ ਕਹਿੰਦੇ, ਹੁਣ ਇਹ ਕਿਉਂ ਮੋੜ ਲਿਆਇਆ ਪੈਸੇ? ਕਹਿੰਦਾ, ਜੀ ਉਹ ਕਹਿੰਦਾ ਦਰਸ਼ਨੀ ਭੇਟਾ ਮੈਂ ਪਿਆਰ 'ਚ ਹੀ ਦਿੰਦਾ। ਕਹਿੰਦੇ, ਕੋਈ ਪਿਆਰ ਪੂਰ ਨਹੀਂ, ਜਾਂ ਤਾਂ ਲਾਲ ਦੇ ਪੂਰੇ ਪੈਸੇ ਲੈ ਕੇ ਆ, ਜਾਂ ਇਹ ਦਰਸ਼ਨੀ ਭੇਟਾ ਵੀ ਉਹਦੀ ਮੋੜ ਕੇ ਆ। ਮਰਦਾਨਾ ਹੈਰਾਨ। ਅੱਜ ਕੱਲ੍ਹ ਬਿਆਨਾ ਕੋਈ ਜ਼ਮੀਨ ਨਾ ਕਰਦੇ, ਅਤੇ ਜੇ ਮੁੱਕਰ ਜੇ ਦੁੱਗਣੇ ਦੇਣੇ ਪੈਂਦੇ ਆ, ਜੇ ਲੈਣ ਵਾਲਾ ਮੁੱਕਰ ਜੇ ਛੱਡਣੇ ਪੈਂਦੇ ਆ। ਪਰ ਇੱਥੇ ਦਰਸ਼ਨੀ ਭੇਟਾ ਹੈ ਲਾਲ ਦੀ, ਪਰਮੇਸ਼ਰ ਦੇ ਨਾਮ ਦੀ। ਸਾਲਸਰਾ ਜੌਹਰੀ ਵੀ ਧਰਮੀ ਬੰਦਾ, ਉਹ ਵਾਪਸ ਨਹੀਂ ਲੈਂਦਾ। ਇੱਧਰ ਬਾਬਾ ਨਾਨਕ ਜੀ ਵੀ ਘੱਟ ਨਹੀਂ, ਉਹ ਕਹਿੰਦੇ ਅਸੀਂ ਵੇਚਣਾ ਨਹੀਂ, ਫਿਰ ਦਰਸ਼ਨੀ ਭੇਟਾ ਕਾਹਦੀ ਲਈਏ, ਆਪਦੀ ਵਾਪਸ ਲੈ। ਮਰਦਾਨੇ ਨੇ 5-7 ਗੇੜੇ ਲਾਏ, ਉਹ ਲਵੇ ਨਾ, ਗੁਰੂ ਸਾਹਿਬ ਰੱਖਣ ਨਾ ਦੇਣ। ਮਰਦਾਨਾ ਸਿੱਟ ਕੇ ਭੱਜ ਕੇ ਆਇਆ। ਕਹੋ ਸਤਨਾਮ ਸ੍ਰੀ। ਘਰੇ ਉਹਨੇ ਵਿਹੜੇ ਸਿੱਟਿਆ ਆ, ਕਹਿੰਦਾ ਅਸੀਂ ਨਹੀਂ ਲੈਣੇ। ਸਾਲਸਰਾ ਨੇ ਆਪਣਾ ਨੌਕਰ ਮਗਰ ਭਜਾਇਆ ਦਰਕਾ, ਕਹਿੰਦੇ ਪਤਾ ਕਰੋ ਕਿਹੜੇ ਨੇ ਇਹ ਵਪਾਰੀ, ਇੰਨਾ ਸਮਾਨ ਕੀਮਤੀ ਲਈ ਫਿਰਦੇ ਆ। ਮਗਰੇ ਆ ਗਿਆ ਉਹਦਾ ਨੌਕਰ ਦਰਕਾ, ਉਹਨੇ ਆ ਕੇ ਵੇਖਿਆ ਤਾਂ ਸਾਧੂ ਹੈ, ਮਹਾਂਪੁਰਸ਼ ਹੈ। ਨਮਸਕਾਰ ਕੀਤੀ, ਮੱਥਾ ਟੇਕਿਆ। ਐਨੇ ਸਾਲਸਰਾ ਆ ਗਿਆ, ਕਹਿੰਦਾ ਜੀ ਬੜਾ ਕੀਮਤੀ ਲਾਲ ਹੈ ਇਹ, ਕਿੰਨੇ ਕੁ ਦਾ ਹੋਊਗਾ? ਬਾਬਾ ਜੀ ਕਹਿੰਦੇ, ਤੂੰ ਦੱਸ, ਮੈਨੂੰ ਕੀ ਪਤਾ ਹੁਣ? ਕਹਿੰਦਾ ਜੀ ਮੈਨੂੰ ਤਾਂ ਨਹੀਂ ਪਤਾ। ਪਾਤਸ਼ਾਹ ਕਹਿੰਦੇ, ਫਿਰ ਐਵੇਂ ਜੌਹਰੀ ਬਣਿਆ ਫਿਰਦਾ। ਸੁਣ ਸਾਲਸ ਤੂੰ ਜੌਹਰੀ, ਆਪਣਾ ਲਾਲ ਪਛਾਣ,
कूड़े पत्थर ना गंढ बन, लीजा भले सियाण। एवें झूठे पत्थर इकट्ठे कर करके जौहरी कहाउणा। तो अपने नाम दे लाल नूं पछाणिया, आत्मा नूं पछाणिया? कहना जी नहीं। अधरका पैरी पै गया, उस ते बख्शिश कीती, उन्होंने ज्ञान करा दिता। सालसरा जौहरी कहना महाराज ये ज्ञान मैनू भी बख्शो, ये तो पहले साधुआं दा संगी है। पातशाह कहने ताइयों तैथों गांह टप्पिया होया, तो ये पैरी पै नौकर दे। सालसरा कहना जी कहो तो मैं तुहाडे कुत्तियां दे भी पैरी पै जाऊँगा, पर यह कृपा मेरे ते भी करो। तो पातशाह जी ने अपना सरोपा दिता, कहने इहनूं सिर ते बन। जिस वेले उसने उस सरोपा सिर ते बन्निया, उन्होंने भी ज्ञान हो गया, ब्रह्म ज्ञान। हुण बाबा नानक जी कहन लगे इत्थे सिੱਖੀ ਦਾ प्रचार करो, ਇਹ वाहिगुरू मंत्र ਦਾ सतनाम ਦਾ प्रचार करो, लोगों ਨੂੰ नाम नाल जोड़ो। मैं ड्यूटी तो अधरके दी लाउणी सी, क्योंकि ये तैथों ज्ञान विच गांह टप्पिया होया, पर संसारी तौर ते तू इहदा मालक है, तेरा नौकर है, चल मैं तैनूं पहला टाइम दिना। बाबा नानक जी कहने बाकी तेरी उम्र भी थोड़ी रह गई है, 1 साल 2 महीने, ते उन्ना चिर तू सिੱਖੀ ਦਾ प्रचार कर, फिर ये मंजी होर किसी नूं नहीं देनी, अधरके नूं देनी है, फिर ये प्रचार करो सिੱਖੀ ਦਾ। इस करके मनुख ने अपने आप नूं पछाणिया ही नहीं, इस नाम दे लाल नूं पछाणिया ही नहीं, कौडियां दे भाव बेची जांदा है। कोई सतनाम श्री गुरमुख नाम संभाल तू बणजारिया मित्रा, तेरा दरगह बेली होए। ये नाम दा जिहड़ा लाल है, इस नूं संभाल के रख, जिवें कोई जेब च पाई सोने की वस्तु संभालदे हो। जिवें मत्था टेक के उठन लगे आपदे मोबाइल नूं हथ मार दिओ, डिग तां नहीं पिया जेब चों। पर कदे मनुख ने मत नूं हथ नहीं मारिया कि मेरी मत नाम जपदी है कि नहीं जपदी। गुरु पातशाह जी कहंदे ए मोह माया तेरे संग न चालै, आ जिहदे नाल तू जुड़िया होया मोह ममता विषय विकार, ये तेरे नाल नहीं जाना। झूठे प्रीत लगाई, तू एवं इन्हां दे नाल जुड़िया होया, इन्हां नाल प्रीति पाई हुई आ। सगली रैन गोदरी अंधियारी, आखिर बुढ़ापे वाले 25 साल भी अज्ञानता विच ही गुजर गए। जिंदगी दी सारी रात 4 पहरां दी टप गई। को सतनाम श्री। फिर की हुंदा जे रात लंघ जे, फिर की हुंदा दिन चढ़दा। ते इधर जो जिंदगी खत्म हो गई, फिर की हो गया, मौत आउंदी आ। जिंदगी का सूरज छिप जाता है, मौत का चढ़ जाता है, काल होरी आ जाते हैं। पातशाह कहने वो सारी जिंदगी हनेरे विच ही टपाती, कोई सतगुर तो चानण लै लैंदा। हीरे ते लाल का काम है हनेरे च प्रकाश करना, नाम का काम है अज्ञानता खत्म करनी। सारी जिंदगी तू हनेरे विच ही लंघा दी है। गुरु दे कोलों सेवा सेवन करके कोई ज्ञान रूपी प्रकाश ही लै लैंदा, पर नहीं लिया। कहो नानक प्राणी चौथे पहरे, हुण अज के सवेरे परमेश्वर ने धर्मराज ने आपदे दिहाड़िए मजदूर लावे भेजने आ, जाओ मेरी फसल वढियाओ। आ कणक वढण नूं भेज दे विसाखी ते, जिमींदार जाओ भी कणक पागी मित्रों मेरी कणक वढ दिओ। ते परमेश्वर ने धर्मराज ने लावे कहंदे ने दिहाड़िए मजदूर, वो दातियां लैके आ जाणगे, मौत की दाती लैके, ते असी परमेश्वर की फसलां सानू वढ लैणगे। जिस समय जिवें पक्की जाती है, कोई जरूरी नहीं पक्के तो वढे, पक्के कण विच कई बूटे हरे रह जाते हैं, उन्होंने भी दाती मार जाते हैं। कोई सतनाम उन्होंने वढ जाते हैं। एमनाबाद जद हमला होया, बड़ी दुनिया मरी। गलती एक बंदे दी सी उत्थे, मालक भागो दी। ते पातशाह ने शब्द उचारे आ,
जैसी में आवे खसम की बाणी तैसड़ा करी ज्ञान वे ला लो। जदों बचन होया बाबर चढ़ के आ गया, बाबर ने हमला करता, बेअन दुनिया मारी गई। मरदाना कहना जी गलती दो बंदियां दी, मलक भागो दी गलती, बाबर ने हमला किया, इन्नी दुनिया दूजी क्यों वड्डी गई। बाबा जी कहते काली चाई हुंदा। कहते क्यों जी? कहते बस काली काली च फिर नहीं पता लगता किहड़ा बचदा किहड़ा मरदा है, सारी वड्डे जांदे है। कहना समझ नहीं आई। कहते कोई नहीं समझावांगे। थोड़ी दूरी ते जाके यात्रा के दौरान एक दरख्त हेठां बैठ गए तो मरदाना लम्मा पै गया। चल आराम ही कर लीए, टूई सीधी कर लीए। बाबा जी बैठे आ, प्रसाद कोई मिठी चीज़ सी सतगुरां दे कोल। पातशाह ने भोरा सुते पे मरदाने की छाती ते पाती, कुर्ते नूं पासे करके। फिर उहदी खुशबू नूं लैके कीड़ियां चल पईयां दोने पासियां तो, चढ़नियां इकट्ठियां हो गईयां, ढेर लग गया कीड़ियां दा। वो मिठा खाण लगियां, खांदियां खांदियां किसे एक कीड़ी ने दंदी वढ़ती। कहो सतनाम श्री। जब दंदी वड्डी मरदाने ने शहीद ने हथ मारिया तो मलतियां, तो 50-60-100 कीड़ी मलती मर गई। उठ के बैठा हो गया। बाबा कहने की हो गया? कहने कीड़ी ने दंदी वड्डी। किन्नियां ने? एक ने। किन्नियां मारियां? एक मारनी सी जिन्हें वड्डी है, दूजियां को मारियां। कहना जी काली च पता नहीं लग्या दंदी वड्डी मेरे को। सतनाम। कहते यही काम फिर उदों हुंदा है जदों दुनिया बिगड़ जाती है, फिर पता नहीं किहड़ा छड्डना ते किहड़ा मारना है। कहो सतनाम। आई पुछया सी ना तू? कहना हाँ जी। तसल्ली हो गई? कहने हाँ जी। बस ऐदां ही रब करदा। इस करके चौथे पहर दे विच फिर जब मौत आ गई, जिवें आ विसाखी आ गई, कणक पक गई है, फिर लावे आउण वाले है बुढ़ापे दे विच भी। कहो नानक प्राणी चौथे पहर है, दिन नेड़े आया सोए। हुण की करना है? अगला रस्ता शुरू है, अगली यात्रा शुरू है। आखिरी पदा सुन के जाओ, हुण भजियो ना। प्रीतम जी कहने लिखिया आया गोबिंद का बणजारिया मित्रा, उठ चले कमाना साथ। हुण परमेश्वर का हुक्म आ गया, जाओ भी लियाओ फलाने नूं, नाले जिहड़ी कमाई कीती उहदी पांडो भी चक लियाओ। तो पांडो भी छोटी जी है, तुहाडी मैमरी कार्ड वांगू तुहाडी सुर दे नाल ही चली जानी है वो, पर उहदे विच बड़ा समान है। जिवें मैमरी कार्ड च किन्ना समान पै जांदा मोबाइल दे। उठ चले कमाना साथ, जो जिंदगी भी चंगा माड़ा कमाया ये जीव लैके तुर पिया पंडा। पापा निया भी चंगा कीता ते वो भी ले गया। को सतनाम सी। लिखिया आया गोबिंद का, परमेश्वर का लिखिया होया समा पूरा हो गया। उठ चले कमाना साथ। मेरे वर्गा कहना यार 4 दिन तो होर दे दिओ। एक पटवारी नूं लैण आ गए जमदूत, कहने चल भी मित्रा। कहने कित्थे? कित्थे? मौत आ गई, काल है मैं तैनूं लैण आया। कहना ठहरो, 4 पिंडां दा मामला रहिंदा, हजे इकट्ठा करदे आ। अब की रात सराए गुजारो। कहते अज का दिन ठहर जो, रात का कट लो, तड़के चल बड़ांगे यार। किछ भी खर्च तुम्हारा सारों, लोकां वांगू रिश्वतां लैंदा दिंदा सीगा। काल नूं भी कहना थोड़ा थोड़ा भी खर्चा कढ़ दूंगा। कहो सतनाम श्री। वो कहने तेरी ये माया उत्थे नहीं चलती, उत्थे कागज है। कनेडा का पैसा पंजाब च कागज है, तो पंजाब का पैसा कनेडा च कागज है। कहो सतनाम श्री। अब की रात सराहे गुजारो, किच भी खर्च तुम्हारा सारों। वो कहने चलो शताब, दीवान बुलाया, हर फरमान दरगाह का आया, खड़ा हो चलिए। एक रत्ती बिलम न देवनी, बिलम ढिल, एक रत्ती च नहीं ढिल नहीं देनी। वन जा रहा मित्रा, तुरदा नहीं ना, घड़ीस के ले जाते हैं। वो नहीं तकड़े पाए हाथ, जिमें चोर कोई लत्तां फसाउंदा है तो 5-7 सिपाही फिर बाहां लत्तां तो फड़ के चक के ले जाते हैं। को सतनाम सी। उन्हें तकड़े पाए हाथ,
ਲੱਤਾਂ ਪੈਰਾਂ ਬਹੁਤ ਮਾਰਦਾ ਹੈ। ਰਿਸ਼ਤੇਦਾਰਾਂ, ਭੈਣ ਭਰਾਵਾਂ, ਧੀਆਂ ਪੁੱਤਰਾਂ, ਘਰ ਵਾਲੀ ਨੂੰ ਕਹਿੰਦੇ ਆ ਮੈਨੂੰ ਬਚਾਓ। ਉਹ ਵੀ ਹੱਥ ਮਲ ਕੇ ਪਿੱਛੇ ਹੋ ਗਏ। ਪਾਤਸ਼ਾਹ ਜੀ ਦਾ ਬਚਨ ਹੈ, ਭਾਦੋਏ ਭਰਮ ਭੁਲਾਣੀਆਂ, ਦੂਜੇ ਲੱਗਾ ਹੇਤ, ਲੱਖ ਸਿਗਾਰ ਬਣਾਇਆ ਕਾਰਜ ਨਾਹੀ ਕੇਤ। ਜਿਤ ਦਿਨ ਦੇਹ ਬਿਨਸੀ ਤਿਤ ਵੇਲਾ ਕੈਸਨ ਪ੍ਰੇਤ, ਪਕੜ ਚਲਾਇਣ ਦੂਤ ਜਮ ਕਿਸੇ ਨਾ ਦੇਣੀ ਭੇਤ। ਹੱਥ ਮਰੋੜ ਹੈ, ਉਹ ਵੀ ਹੱਥ ਮਰੋੜਦਾ ਹੈ, ਤੇ ਜਿਹੜੇ ਜਿਉਂਦੇ ਖੜੇ ਆ ਉਹ ਵੀ ਹੱਥ ਮਲਦੇ ਆ ਵੀ ਆਪਾਂ ਕੁਛ ਕਰ ਨਹੀਂ ਸਕਦੇ। ਡਾਕਟਰ ਵੀ ਹੱਥ ਮਲਦਾ ਹੈ ਤੇ ਮਰੀਜ਼ ਦੇ ਸਾਥੀ ਵੀ ਹੱਥ ਮਲਦੇ ਆ, ਮਰੀਜ਼ ਤੁਰ ਗਿਆ। ਕਹੋ ਸਤਨਾਮ ਸ੍ਰੀ। ਹੱਥ ਮਰੋੜਿਆ ਤਨ ਕਪੈ ਸਿਆਹੋ ਹੋਆ ਸੇਤ, ਜਿਹਾ ਬੀਜਿਆ ਸੋ ਲੁਣਾ ਕਰਮਾ ਸੰਦੜਾ ਖੇਤ। ਪ੍ਰੀਤਮ ਜੀ ਕਹਿੰਦੇ ਆਖਰੀ ਪੰਕਤੀ ਵਿੱਚ, ਇੱਕ ਰੱਤੀ ਬਿਲਮ ਨਾ ਦੇਵਨੀ ਵਣਜਾਰੇ ਮਿੱਤਰਾ, ਉਹਨੀ ਤਕੜੇ ਪਾਏ ਹਾਥ, ਲਿਖਿਆ ਆਇਆ ਪਕੜ ਚਲਾਇਆ, ਮਨਮੁਖ ਸਦਾ ਦੁਹੇਲੇ। ਜਿਨ੍ਹਾਂ ਨੇ ਨਹੀਂ ਚੱਜ ਦੇ ਕੰਮ ਕੀਤੇ, ਜਿਨ੍ਹਾਂ ਨੇ ਲੁੱਟਮਾਰ ਕੀਤੀ ਹੈ, ਜਿਨ੍ਹਾਂ ਨੇ ਗਰੀਬਾਂ ਨੂੰ ਦੁੱਖ ਦਿੱਤੇ ਹੈ, ਜਿਨ੍ਹਾਂ ਨੇ ਮੁਲਾਜ਼ਮਾਂ ਨੂੰ, ਆਪਣੇ ਹੇਠਲੇ ਬੰਦਿਆਂ ਨੂੰ ਦੁੱਖ ਦਿੱਤੇ ਹੈ, ਉਹ ਦੁਖੀ ਹੋਣਗੇ। ਗਾ ਹਿਸਾਬ ਕਿਤਾਬ ਹੋਊਗਾ ਇਹਨਾਂ ਦਾ। ਕਹੋ ਸਤਨਾਮ ਸ੍ਰੀ। ਜਹਾਂਗੀਰ ਕਹਿੰਦਾ ਜੀ ਮੈਂ ਤਾਂ ਨਹੀਂ ਗਲਤੀ ਕੀਤੀ, ਦੁਨੀ ਚੰਦ ਨੇ ਸ਼ਹੀਦ ਕੀਤਾ, ਆਪਣਾ ਚੰਦੂ ਨੇ ਸ਼ਹੀਦ ਕੀਤਾ, ਇਹਨੂੰ ਫੜ ਕੇ ਲੈ ਜਾਓ। ਕਹਿੰਦੇ ਤੂੰ ਮੌਕੇ ਦੀ ਸਰਕਾਰ ਹੈ, ਤੂੰ ਵੀ ਵਿੱਚ ਸਾਥ ਹੈ, ਤੇਰੀ ਰਾਜ ਦੇ ਵਿੱਚ ਇਹ ਕੰਮ ਕਿਉਂ ਹੋਇਆ। ਕਹੋ ਸਤਨਾਮ ਸੀ। ਇੱਕ ਮਹਾਂਪੁਰਸ਼ ਨੂੰ ਤੱਤੀ ਤਵੀ ਤੇ ਬਿਠਾਉਣਾ, ਤੈਨੂੰ ਦਿਸਿਆ ਨਹੀਂਗਾ ਤੂੰ ਅੰਨਾ ਰਾਜਾ ਹੈ, ਤੈਨੂੰ ਵੀ ਸਜ਼ਾ ਬਰਾਬਰ ਮਿਲੂਗੀ। 3-4 ਝਟਕੇ ਜੇ ਮਾਰੇ ਹਰਗੋਬਿੰਦ ਸਾਹਿਬ ਨੇ। ਇਹ ਤਾਂ ਕੰਬਣ ਲੱਗਿਆ ਜਹਾਂਗੀਰ। ਕਹਿੰਦਾ ਜੀ ਮੈਨੂੰ ਬਖਸ਼ ਦਿਓ, ਇਹ ਚੰਦੂ ਦੀ ਗਲਤੀ ਹੈ, ਮੈਨੂੰ ਨਹੀਂ ਸੀ ਪਤਾ। ਕਹਿੰਦੇ ਪਤਾ ਕਿਵੇਂ ਨਾ ਹੋਵੇ, ਜਿਹੜਾ ਮੌਕੇ ਦਾ ਰਾਜਾ ਹੁੰਦਾ ਹੈ, ਜਿਹਦੇ ਰਾਜ ਵਿੱਚ ਜਨਤਾ ਨੂੰ ਦੁੱਖ ਦਿੱਤਾ ਜਾਂਦਾ, ਉਸ ਰਾਜੇ ਨੂੰ ਬਰਾਬਰ ਸਜ਼ਾ ਮਿਲਦੀ ਹੈ। ਔਰ ਨਾਲੇ ਇਹਦੀ ਸਜ਼ਾ ਇੱਥੇ ਨਹੀਂ ਪੂਰੀ ਹੁੰਦੀ, ਦਰਗਾਹ 'ਚ ਜਾ ਕੇ ਦੇਵਾਂਗੇ। ਉਹ ਹੋਰ ਵੀ ਕੰਮ ਗਿਆ, ਪੈਰੀ ਪੈਂਦਾ ਹੈ। ਕਹਿੰਦਾ ਜੀ ਨਹੀਂ ਮੈਨੂੰ ਬਖਸ਼ ਦਿਓ, ਇਹਨੂੰ ਲੈ ਜਾਓ। ਜਦੋਂ 5-7 ਵਾਰੀ ਉਹਨੂੰ ਝਟਕੇ ਮਾਰੇ ਨਾ, ਇਹ ਨਿਸਲ ਹੋ ਗਿਆ। ਤੇ ਭਾਈ ਸਾਹਿਬ, ਭਾਈ ਜੇਠਾ ਲਿੰਗਾਹਾ ਜੀ ਇਹ ਕੋਲ ਖੜੇ ਆ ਪਾਤਸ਼ਾਹ ਦੇ। ਕਹਿੰਦੇ ਚਲੋ ਇਹ ਮਾਰੋ ਮੁਸ਼ਕਾਂ, ਇਸ ਨੂੰ ਕੱਢੋ ਬਾਹਰ। ਚੰਦੂ ਨੂੰ ਫੜ ਕੇ ਫਿਰ ਸਜ਼ਾ ਦਿੱਤੀ, ਸੰਸਾਰ ਦੇ ਸਾਹਮਣੇ ਆ। ਇੱਦਾਂ ਹੀ ਸਜ਼ਾ ਉੱਥੇ ਮਿਲਦੀ ਆ ਜਿਹੜੀ ਛੇਵੇਂ ਪਾਤਸ਼ਾਹ ਨੇ ਇੱਥੇ ਵੀ ਦਿਖਾ ਦਿੱਤੀ ਆ। ਸਾਰੀਆਂ ਜਨਤਾ ਨੇ, ਸੰਗਤਾਂ ਨੇ ਜੁੱਤੀਆਂ ਮਾਰ ਮਾਰ ਕੇ ਉਸ ਨੂੰ ਕਈ ਦਿਨ ਸਜ਼ਾ ਦਿੱਤੀ ਆ। ਅਖੀਰ ਆਪਣੀ ਕਰਨੀ ਦਾ ਫਲ ਭੋਗਦੇ ਆ। ਉਸੇ ਪਠਿਆਰੇ ਦੇ ਕਰਛੇ ਦੇ ਨਾਲ ਢਿੱਡ ਪਾੜ ਕੇ ਮਾਰਿਆ ਗਿਆ। ਕਹੋ ਸਤਨਾਮ ਸੀ। ਪ੍ਰੀਤਮ ਜੀ ਕਹਿੰਦੇ ਲਿਖਿਆ ਆਇਆ ਪਕੜ ਚਲਾਇਆ, ਮਨਮੁਖ ਸਦਾ ਦੁਹੇਲੇ। ਉਹ ਤਾਂ ਦੁਖੀ ਹੋਣਗੇ, ਤੇ ਜਿਨ੍ਹਾਂ ਨੇ ਜਪਿਆ ਜਿਨੀ ਪੂਰਾ ਸਤਿਗੁਰ ਸੇਵਿਆ, ਸੇ ਦਰਗਹਿ ਸਦਾ ਸੁਹੇਲੇ। ਉਹ ਉੱਥੇ ਸੁਖੀ ਵਸਣਗੇ। ਕਰਮ ਧਰਤੀ ਸਰੀਰ ਜੁਗ। ਤੁਸੀਂ ਕਹਿੰਦੇ ਹੋ ਸਤਿਯੁਗ ਆ ਸੀ, ਕਲਯੁਗ ਆ ਸੀ, ਦੁਆਪਰ ਆ ਸੀ। ਕਹਿੰਦੇ ਓਏ ਸਰੀਰ ਮਿਲਿਆ ਤੇ ਸਮਾਂ ਮਿਲਿਆ, ਇਹਨਾਂ ਦੋਹਾਂ ਨੂੰ ਯੁੱਗ ਕਹਿੰਦੇ ਆ। ਕਣਕ ਦਾ ਸਮਾਂ ਸੀਗਾ, ਵਿਸਾਖੀ ਤੋਂ ਬਾਅਦ ਫਿਰ ਕਿਤੇ ਆਊਗਾ। ਹੁਣ ਤਾਂ ਪੱਕਣ ਦਾ ਸਮਾਂ ਆ ਗਿਆ। ਹਾੜੀ ਸੌਣੀ ਦਾ ਸਮਾਂ ਹੁੰਦਾ ਹੈ, ਨਾਮ ਜਪਣ ਦਾ ਵੀ ਸਮਾਂ ਹੁੰਦਾ ਹੈ। ਮਨੁੱਖਾ ਜੀਵਨ ਤੇ ਮਨੁੱਖਾ ਸਰੀਰ ਤੇ ਸੁਭਾਸ। ਕਰਮ ਧਰਤੀ ਸਰੀਰ ਯੁੱਗ। ਧਰਤੀ ਵਿੱਚ ਬੀਜ ਬੀਜਿਆ ਜਾਂਦਾ ਸਮੇਂ ਨਾਲ। ਹੁਣ ਸਮਾਂ ਹੈ, ਮਨੁੱਖਾ ਜਨਮ ਹੈ, ਸੁਭਾਸ ਹਨ। ਇਹ ਯੁੱਗ ਦੇ ਵਿੱਚ ਨਾਮ ਬੀਜ ਲਾ। ਇਹ ਆ ਕਲ ਯੁੱਗ। ਸਾਡਾ ਸਰੀਰ ਕਲ ਯੁੱਗ ਹੈ ਅਸਲ ਦੇ ਵਿੱਚ। ਤਾਂਹੀਓ ਕਲ ਯੁੱਗ ਉੱਤਮ ਯੁੱਗਾ ਮਾਹੇ ਕਿਹਾ। ਸਾਰੀਆਂ 84 ਲੱਖ ਜੂਨਾਂ 'ਚੋਂ ਮਨੁੱਖਾ ਜੀਵਨ ਉੱਤਮ ਹੈ। ਇਹ ਯੁੱਗ ਹੈ ਸਰੀਰ ਸਾਡਾ ਕਲ ਯੁੱਗ। ਇਹਨੂੰ ਕਲਾਂ ਲੱਗੀਆਂ। ਕਿੰਨੀਆਂ ਕਲਾਂ ਲੱਗੀਆਂ? 16 ਕਲਾਂ। 16 ਕਲਾਂ ਸੰਪੂਰਨ ਭਲਿਆ। ਅਨੰਤ ਕਲਾ ਹੋਏ ਠਾਕਰ ਚੜ੍ਹਿਆ। ਬਾਬਾ ਨਾਨਕ ਤਾਂ ਸਾਰੀਆਂ ਸ਼ਕਤੀਆਂ ਲੈ ਕੇ ਆ ਗਿਆ। ਸਾਨੂੰ 16 ਕਲਾ ਮਿਲੀਆਂ। ਇਸਤਰੀ ਨੂੰ 16 ਸ਼ਿੰਗਾਰ ਮਿਲੇ ਆ। ਕਹੋ ਸਤਨਾਮ ਸ੍ਰੀ। ਇਹਨੂੰ ਕਲਯੁਗ ਕਹਿੰਦੇ ਅਸਲ 'ਚ ਮਨੁੱਖਾ ਜਾਮੇ ਨੂੰ। ਕਰਮ ਧਰਤੀ ਸਰੀਰ ਯੁੱਗ, ਅੰਤਰ ਜੋ ਬੋਵੈ ਸੋ ਖਾਤ। ਇਹਦੇ ਵਿੱਚ ਜਿਹੜੇ ਕਰਮ ਕਰੇਗਾ, ਜੋ ਬੀਜੇਗਾ ਉਹੀ ਖਾਵੇਂਗਾ। ਕਹੋ ਨਾਨਕ ਭਗਤ ਸੋ ਹੈ ਦਰਬਾਰੇ, ਮਨਮੁਖ ਸਦਾ ਪਵਾਤ। ਗੁਰਮੁਖ ਜਿਹੜੇ ਹੈ ਉਹ ਸੱਚਖੰਡ ਵਿੱਚ ਪਰਮੇਸ਼ਵਰ ਦੇ ਦਰ ਦੇ ਬੈਠੇ ਸੌਂਦੇ ਹੈ, ਤੇ ਜਿਹੜੇ ਮਨਮੁਖ ਹੈ
ਉਹ ਮਨੁੱਖਾ ਜੀਵਨ ਛੱਡ ਗਏ, ਫਿਰ ਟੇਡੀਆਂ ਜੂਨਾਂ ਤਿਆਰ ਹੈ ਭਟਕਣ ਦੇ ਲਈ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਲ ਬਿਰਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਵਰੀਆ, ਚਿਰੰਕਾਲੇ ਦੇਸ ਨਰੀਆ। ਇਹ ਆ ਕਲਯੁਗ। ਅਸਲ ਵਿੱਚ ਸਾਡਾ ਸਰੀਰ ਕਲਯੁਗ ਹੈ। ਇਹਦੇ ਵਿੱਚ ਚੰਗਾ ਸਮਾਂ ਵੀ ਹੈ, ਇਹਦੇ ਵਿੱਚ ਮਾੜਾ ਸਮਾਂ ਵੀ ਵਰਤ ਜਾਂਦਾ। ਇਹ ਮਨੁੱਖ ਦੀ ਬੁੱਧੀ 'ਤੇ ਕੰਮ ਕਰਦਾ ਹੈ। ਗੁਰੂ ਨੂੰ ਪੁੱਛ ਕੇ ਚੱਲੇ ਤਾਂ ਸਹੀ ਹੈ, ਜੇ ਨਹੀਂ ਪੁੱਛਦਾ ਤਾਂ ਫਿਰ ਮਾੜਾ ਹੈ। ਖੈਰ ਵਿਚਾਰਾ ਇੱਥੇ ਰੁਕਦੇ ਹਾਂ। ਸ਼ਬਦ ਸੰਪੂਰਨ ਹੋਇਆ। ਅਗਲਾ ਸ਼ਬਦ ਇਸੇ ਵਿਸ਼ੇ 'ਤੇ ਹੈ, ਮੁੰਦ ਇਆਣੀ ਪਈ ਅੜੇ। ਇਹ ਤਾਂ ਮਨੁੱਖ ਨੂੰ ਸਮਝਾਇਆ ਨਾ, ਬੰਜਾਰਿਆਂ ਨੂੰ। ਅੱਗੇ ਇਸਤਰੀ ਨੂੰ ਸਮਝਾਇਆ, ਨਿਆਣੀਏ ਇਸਤਰੀਏ ਪੇਕਿਆਂ ਵਿੱਚ ਰੱਬ ਨੂੰ ਕਿਉਂ ਨਹੀਂ ਯਾਦ ਕਰਦੀ। ਇਹ ਪੇਕੇ ਆ ਸੰਸਾਰ, ਸਹੁਰੇ ਆ ਉੱਥੇ ਜਿੱਥੇ ਸਾਡਾ ਸੱਚਖੰਡ ਵਿੱਚ ਮਾਲਕ ਵਸਦਾ। ਇਹ ਵਿਚਾਰ ਆਪਾਂ ਕੱਲ੍ਹ ਨੂੰ ਆਰੰਭ ਕਰਕੇ ਸਰਵਣ ਕਰਾਂਗੇ। ਹੁਣ ਇੱਥੇ ਰੋਕਣ ਦੀ ਆਗਿਆ ਬਖਸ਼ੋ। ਸਮਾਪਤੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਾਲੀ ਮਹੱਲਾ